ਸੰਗਤ ਜੀ, ਮੈਂ ਨਵਨੀਤ ਵਰਮਾ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਸੰਗਤ ਜੀ, ਅਗਰ ਤੁਸੀਂ ਸਤਸੰਗ ਜਾਂ ਬਾਬਾ ਜੀ ਦੀਆਂ ਸਾਖੀਆਂ ਸੁਣਨਾ ਪਸੰਦ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਤੇ ਸਾਨੂੰ ਆਪਣਾ ਪਿਆਰ ਦਿਓ ਜੀ। ਸੰਗਤ ਜੀ, ਅੱਜ ਦੀ ਜੋ ਸਾਖੀ ਹੈ ਇਹ ਡਾਕਟਰ ਈਸ਼ਰ ਸਿੰਘ ਜੀ ਦੀ ਸਾਖੀ ਹੈ। ਇਹ ਸਾਖੀ ਬੜੀ ਹੀ ਪੁਰਾਣੀ ਹੈ ਔਰ ਸੁਣਨ ਵਾਲੀ ਸਾਖੀ ਹੈ। ਤੁਸੀਂ ਇਹ ਸਾਖੀ ਨੂੰ ਪੂਰਾ ਸੁਣਨਾ ਔਰ ਅੰਤ ਤੱਕ ਸੁਣਨਾ। ਤੁਹਾਨੂੰ ਸਾਖੀ ਬਹੁਤ ਹੀ ਵਧੀਆ ਲੱਗੇਗੀ ਤੇ ਸਿੱਖਣ ਨੂੰ ਬੜਾ ਕੁਝ ਮਿਲੇਗਾ। ਸੰਗਤ ਜੀ, ਇਹ ਹਜੂਰ ਮਹਾਰਾਜ ਜੀ ਦੇ ਸਮੇਂ ਦੀ ਸਾਖੀ ਹੈ, ਜਦੋਂ ਬੀਬੀ ਰੁੱਕੋ ਡੇਰੇ ਦੇ ਵਿੱਚ ਸੇਵਾ ਕਰਿਆ ਕਰਦੀ ਸੀ। ਡਾਕਟਰ ਈਸ਼ਰ ਜੋ ਸੀ ਉਹ ਡੰਗਰਾਂ ਦਾ ਡਾਕਟਰ ਸੀ, ਜਾਨਵਰਾਂ ਦਾ ਡਾਕਟਰ ਸੀ ਤੇ ਕਪੂਰਥਲੇ ਦੇ ਵਿੱਚ ਰਹਿੰਦਾ ਸੀ। ਪਰ ਉਸ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਬੜੀ ਚਾਹ ਸੀ, ਬੜੀ ਇੱਛਾ ਸੀ। ਈਸ਼ਰ ਸਿੰਘ ਸਤਸੰਗੀ ਬਣਨਾ ਚਾਹੁੰਦਾ ਸੀ ਤੇ ਨਾਮ ਲੈਣਾ ਚਾਹੁੰਦਾ ਸੀ, ਪਰ ਉਸ ਨੂੰ ਲੋਕਾਂ ਨੇ ਬੜਾ ਡਰਾਇਆ ਕਿ ਤੂੰ ਨਾਮ ਨਾ ਲੈ, ਤੂੰ ਨਾਮ ਲੈ ਕੇ ਕੀ ਕਰਨਾ ਹੈ, ਤੂੰ ਡੇਰੇ ਨਾ ਜਾਵੀਂ। ਇਹ ਜੋ ਗੁਰੂ ਹੁੰਦੇ ਨੇ ਇਹਨਾਂ ਦੇ ਕੋਲ ਜਾਦੂ ਟੂਣਾ ਕਰਨ ਦੀ ਤਾਕਤ ਹੁੰਦੀ ਹੈ। ਇਹ ਜਾਦੂ ਟੂਣਾ ਕਰਦੇ ਨੇ, ਬੰਦਾ ਕਿਸੇ ਜੋਗਾ ਨਹੀਂ ਰਹਿੰਦਾ, ਬਸ ਉਹਨਾਂ ਦੇ ਜੋਗਾ ਹੀ ਰਹਿ ਜਾਂਦਾ ਹੈ। ਪਰ ਈਸ਼ਰ ਸਿੰਘ ਦੇ ਅੰਦਰ ਗੁਰੂ ਨੂੰ ਮਿਲਣ ਦੀ ਬੜੀ ਹੀ ਇੱਛਾ ਸੀ। ਇੱਕ ਦਿਨ ਉਸ ਦੇ ਕੋਲੋਂ ਰੁਕ ਨਾ ਹੋਇਆ। ਉਹਨੇ ਆਪਣੀ ਸਾਈਕਲ ਚੱਕੀ ਤੇ ਬਿਆਸ ਵੱਲ ਤੁਰ ਪਿਆ। ਜਦ ਬਿਆਸ ਦਰਿਆ ਦੇ ਕੰਢੇ ਪਹੁੰਚਿਆ ਤੇ ਕੰਢੇ ਸਾਈਕਲ ਚਲਾਈ ਗਿਆ, ਪਰ ਉਸ ਨੂੰ ਕਿਤੇ ਵੀ ਡੇਰਾ ਨਜ਼ਰ ਨਾ ਆਇਆ। ਸ਼ਾਮ ਹੋ ਗਈ। ਉਸ ਵੇਲੇ ਪੁੱਲ ਵਗੈਰਾ ਨਹੀਂ ਹੁੰਦੇ ਸੀ। ਦਰਿਆ ਬੇੜੀ ਦੇ ਨਾਲ ਪਾਰ ਕੀਤਾ ਜਾਂਦਾ ਸੀ। ਜਦ ਰਾਤ ਹੋ ਗਈ ਤੇ ਉਸ ਨੂੰ ਇੱਕ ਬੇੜੀ ਵਾਲਾ ਨਜ਼ਰ ਆਇਆ। ਉਸ ਨੇ ਬੇੜੀ ਵਾਲੇ ਨੂੰ ਪੁੱਛਿਆ ਕਿ ਭਾਈ, ਇੱਥੇ ਇੱਕ ਡੇਰਾ ਹੈ, ਉਹ ਕਿੱਥੇ ਹੈ? ਉਸ ਬੇੜੀ ਵਾਲੇ ਨੇ ਕਿਹਾ ਕਿ ਬਾਊ ਜੀ, ਉਹ ਤਾਂ ਦਰਿਆ ਦੇ ਦੂਜੇ ਪਾਸੇ ਹੈ। ਉਸ ਡਾਕਟਰ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ, ਮੈਨੂੰ ਦੂਸਰੇ ਪਾਸੇ ਛੱਡ ਦੇ, ਮੈਂ ਅੱਜ ਗੁਰੂ ਨੂੰ ਮਿਲ ਕੇ ਹੀ ਜਾਣਾ ਹੈ। ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਮੈਂ ਨਹੀਂ ਜਾਣਾ। ਬੇੜੀ ਵਾਲੇ ਨੇ ਕਿਹਾ ਕਿ ਬਾਊ ਜੀ, ਰਾਤ ਹੋ ਗਈ ਹੈ, ਰਾਤ ਨੂੰ ਜੰਗਲੀ ਜਾਨਵਰ ਘੁੰਮਦੇ ਨੇ, ਤੁਸੀਂ ਕਿਉਂ ਰਿਸਕ ਲੈਂਦੇ ਪਏ ਹੋ? ਸੰਗਤ ਜੀ, ਉਸ ਵੇਲੇ ਉਹਨਾਂ ਵੇਲਿਆਂ ਦੇ ਵਿੱਚ ਡੇਰੇ ਦੇ ਆਸ-ਪਾਸ ਬੜੀ ਉਜਾੜ ਹੁੰਦੀ ਸੀ, ਬਿਆਬਾਨ ਹੁੰਦਾ ਸੀ। ਹੁਣ ਤਾਂ ਮਾਲਕ ਨੇ ਬੜੀ ਕਿਰਪਾ ਕੀਤੀ ਹੈ, ਡੇਰਾ ਬਹੁਤ ਹੀ ਵਿਕਸਿਤ ਹੋ ਗਿਆ ਹੈ, ਬਹੁਤ ਵੱਡਾ ਹੋ ਗਿਆ ਹੈ। ਪਰ ਉਸ ਵੇਲੇ ਡੇਰਾ ਛੋਟਾ ਹੁੰਦਾ ਸੀ ਤੇ ਸੰਗਤ ਵੀ ਬੜੀ ਘੱਟ ਹੁੰਦੀ ਸੀ। ਖੈਰ, ਈਸ਼ਰ ਸਿੰਘ ਨੇ ਉਸ ਬੇੜੀ ਵਾਲੇ ਨੂੰ ਕਿਹਾ ਕਿ ਤੂੰ ਮੈਨੂੰ ਉਸ ਪਾਸੇ ਲਾ ਦੇ, ਤੇਰੀ ਜ਼ਿੰਮੇਵਾਰੀ ਖਤਮ, ਅੱਗੇ ਜੋ ਹੋਏਗਾ ਮੈਂ ਜਾਣਾ ਜਾਂ ਮੇਰਾ ਗੁਰੂ ਜਾਣੇ। ਹੁਣ ਜਿਸ ਅੰਦਰ ਇੰਨਾ ਵਿਸ਼ਵਾਸ ਹੋਵੇ ਉਸ ਨੂੰ ਭਲਾ ਕੀ ਹੋ ਸਕਦਾ ਹੈ। ਬੇੜੀ ਵਾਲੇ ਨੇ ਈਸ਼ਰ ਸਿੰਘ ਨੂੰ ਦੂਸਰੇ ਪਾਸੇ ਉਤਾਰ ਦਿੱਤਾ। ਜਦ ਉਹ ਡੇਰੇ ਪਹੁੰਚਿਆ ਤੇ ਰਾਤ ਦੇ 2-3 ਵੱਜ ਚੁੱਕੇ ਸੀ। ਜਦ ਉਹ ਡੇਰੇ ਦੇ ਵਿੱਚ ਗਿਆ, ਬੀਬੀ ਰੁੱਕੋ ਨੇ ਉਹਨੂੰ ਦੇਖਿਆ ਤੇ ਪੁੱਛਿਆ ਕਿ ਭਾਈ, ਕੀ ਕਰਨ ਆਏ ਹੋ? ਉਸ ਨੇ ਕਿਹਾ ਕਿ ਮੈਂ ਹਜੂਰ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਹਾਂ, ਉਹਨਾਂ ਨੂੰ ਮਿਲਣ ਆਇਆ ਹਾਂ। ਬੀਬੀ ਰੁੱਕੋ ਸੁਭਾਅ ਦੀ ਬੜੀ ਕੜਕ ਸੀ। ਉਸ ਨੇ ਡਾਕਟਰ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਟਾਈਮ ਨਹੀਂ ਦੇਖਦੇ ਹੋ, ਇਹ ਕੋਈ ਟਾਈਮ ਹੈ ਬਾਬਾ ਜੀ ਨੂੰ ਮਿਲਣ ਦਾ? ਚਲੋ ਜਾਓ, ਕੱਲ ਆਣਾ। ਬੀਬੀ ਰੁੱਕੋ ਜਦ ਉਸ ਡਾਕਟਰ ਨੂੰ ਬੁਰਾ ਭਲਾ ਬੋਲੀ ਜਾ ਰਹੀ ਸੀ ਤੇ ਡਾਕਟਰ ਨੇ ਸੋਚਿਆ ਕਿ ਜਿਸ ਦੇ ਸੇਵਕ ਦੀ ਜ਼ੁਬਾਨ ਦੇ ਵਿੱਚ ਹੀ ਰਸ ਨਹੀਂ ਹੈ, ਜਿਹੜੀ 24 ਘੰਟੇ ਗੁਰੂ ਦੇ ਕੋਲ ਸੇਵਾ ਕਰਦੀ ਹੈ, ਡੇਰੇ ਰਹਿੰਦੀ ਹੈ, ਜਦ ਇਹਦੇ ਪੱਲੇ ਅੱਜ ਤੱਕ ਕੁਛ ਨਹੀਂ ਪਿਆ ਤੇ ਮੈਨੂੰ ਕੀ ਮਿਲ ਜਾਏਗਾ? ਜਿਸ ਗੁਰੂ ਦੇ ਸੇਵਕ ਹੀ ਇਹੋ ਜਿਹੇ ਹਨ, ਫਿਰ ਗੁਰੂ ਕਿਹੋ ਜਿਹਾ ਹੋਵੇਗਾ? ਉਸ ਨੇ ਆਪਣੀ ਸਾਈਕਲ ਚੁੱਕੀ ਤੇ ਵਾਪਸ ਆਪਣੇ ਘਰ ਆ ਗਿਆ। ਜਦ ਆਇਆ ਤੇ ਸਤਸੰਗੀ ਵੀਰਾਂ ਨੇ ਪੁੱਛਿਆ, ਸੁਣਾ ਭਾਈ, ਤੂੰ ਗੁਰੂ ਦੇ ਦਰਸ਼ਨਾਂ ਨੂੰ ਗਿਆ ਸੀ?
ਡਾਕਟਰ ਈਸ਼ਰ ਸਿੰਘ ਨੇ ਕਿਹਾ ਕਿ ਭਾਈ ਦਰਸ਼ਨ ਕੀ ਕਰਨੇ ਸੀ, ਉੱਥੇ ਤਾਂ ਇੱਕ ਬੀਬੀ ਨੇ ਹੀ ਮੈਨੂੰ ਇੰਨਾ ਬੁਰਾ ਭਲਾ ਬੋਲਿਆ ਕਿ ਮੇਰਾ ਜੀ ਨਾ ਕੀਤਾ ਗੁਰੂ ਨੂੰ ਮਿਲਣ ਲਈ। ਜਦ ਗੁਰੂ ਦੇ ਸੇਵਾਦਾਰਾਂ ਦੀ ਜ਼ੁਬਾਨ ਹੀ ਇੰਨੀ ਕੜਵੀ ਹੈ ਤੇ ਫਿਰ ਮੈਂ ਗੁਰੂ ਨੂੰ ਮਿਲ ਕੇ ਕੀ ਕਰਨਾ ਸੀ। ਉਹ ਜੋ ਸਤਸੰਗੀ ਸੀ ਉਹ ਹੱਸਣ ਲੱਗ ਗਏ। ਉਹ ਕਹਿੰਦੇ ਕਿ ਭਾਈ ਤੂੰ ਗੁਰੂ ਨੂੰ ਮਿਲਣ ਗਿਆ ਸੀ ਕਿ ਸੇਵਾਦਾਰ ਬੀਬੀ ਨੂੰ ਮਿਲਣ ਗਿਆ ਸੀ? ਇਹ ਤਾਂ ਸਤਿਗੁਰੂ ਨੇ ਤੇਰਾ ਇਮਤਿਹਾਨ ਲਿੱਤਾ ਸੀ ਤੇ ਤੂੰ ਇਮਤਿਹਾਨ ਚੋਂ ਫੇਲ ਹੋ ਕੇ ਵਾਪਸ ਆ ਗਿਆ ਹੈ। ਉਹਨੇ ਸੋਚਿਆ ਕਿ ਗੱਲ ਤਾਂ ਠੀਕ ਹੈ, ਮੈਂ ਮਿਲਣ ਤਾਂ ਗੁਰੂ ਨੂੰ ਗਿਆ ਸੀ ਪਰ ਬਿਨਾਂ ਮਿਲੇ ਹੀ ਆ ਗਿਆ। ਉਸ ਨੇ ਫਿਰ ਡੇਰੇ ਜਾਣ ਦਾ ਫੈਸਲਾ ਕੀਤਾ। ਉਸ ਡਾਕਟਰ ਦੇ ਕੋਲ ਇੱਕ ਰਈਸ ਬਿਆਸ ਤੋਂ ਆਪਣੇ ਘੋੜੇ ਦਾ ਇਲਾਜ ਕਰਾਂਦਾ ਸੀ। ਉਹ ਉਸ ਦੇ ਘਰ ਚਲਾ ਗਿਆ ਤੇ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਚੱਲ, ਆਪਾਂ ਗੁਰੂ ਦੇ ਦਰਸ਼ਨ ਕਰਕੇ ਆਨੇ ਹਾਂ। ਉਹ ਜੋ ਰਈਸ ਸੀ ਉਸ ਨੇ ਕਿਹਾ ਕਿ ਨਾ ਭਾਈ, ਮੈਂ ਨਹੀਂ ਜਾਂਦਾ। ਉਹ ਪਤਾ ਨਹੀਂ ਕਿਹੜਾ ਜਾਦੂ ਇਨਸਾਨ ਤੇ ਕਰਦੇ ਨੇ, ਇਨਸਾਨ ਉਹਨਾਂ ਦੇ ਕੋਲ ਹੀ ਰਹਿ ਜਾਂਦਾ ਹੈ। ਅੱਗੇ 2 ਬੰਦੇ ਗਏ ਸੀ, ਵਾਪਸ ਨਹੀਂ ਆਏ। ਉਹ ਡਾਕਟਰ ਫਿਰ ਵਾਪਸ ਆਪਣੇ ਘਰ ਚਲਾ ਗਿਆ ਪਰ ਉਸ ਨੂੰ ਟਿਕਾ ਕਿੱਥੇ ਆਵੇ। ਗੁਰੂ ਦੀ ਖਿੱਚ ਵੱਜੇ, ਤੜਪ ਉੱਠੇ। ਕੁਝ ਦਿਨਾਂ ਤੋਂ ਬਾਅਦ ਡਾਕਟਰ ਫਿਰ ਉਸ ਰਈਸ ਦੇ ਘਰ ਚਲਾ ਗਿਆ। ਉਸ ਨੇ ਕਿਸੇ ਤਰ੍ਹਾਂ ਉਸ ਰਈਸ ਨੂੰ ਡੇਰੇ ਜਾਣ ਲਈ ਰਾਜੀ ਕਰ ਲਿਆ। ਦੋਨੋਂ ਜਾਣੇ ਡੇਰੇ ਨੂੰ ਚੱਲ ਪਏ। ਜਦ ਡੇਰੇ ਪਹੁੰਚੇ ਤੇ ਹਜੂਰ ਮਹਾਰਾਜ ਜੀ ਸਤਸੰਗ ਫਰਮਾ ਰਹੇ ਸਨ। 20-25 ਬੰਦੇ ਉਹਨਾਂ ਦਾ ਕੋਲ ਬੈਠੇ ਸਨ ਤੇ ਸਤਸੰਗ ਸੁਣ ਰਹੇ ਸੀ। ਜਦ ਬਾਬਾ ਜੀ ਮਹਾਰਾਜ ਜੀ ਨੇ ਡਾਕਟਰ ਈਸ਼ਰ ਸਿੰਘ ਔਰ ਰਈਸ ਨੂੰ ਦੇਖਿਆ ਤੇ ਡਾਕਟਰ ਈਸ਼ਰ ਸਿੰਘ ਨੂੰ ਬਾਬਾ ਜੀ ਨੇ ਇਸ਼ਾਰਾ ਕੀਤਾ। ਡਾਕਟਰ ਨੂੰ ਲੱਗਾ ਕਿ ਇਹ ਮੈਨੂੰ ਨਹੀਂ, ਉਸ ਰਈਸ ਨੂੰ ਬੁਲਾ ਰਹੇ ਨੇ, ਕਿਉਂਕਿ ਉਸ ਵੇਲੇ ਉਹ ਉਸ ਇਲਾਕੇ ਦਾ ਮੰਨਿਆ ਹੋਇਆ ਰਈਸ ਸੀ। ਪਰ ਉਸ ਰਈਸ ਨੇ ਕਿਹਾ ਕਿ ਨਹੀਂ ਭਾਈ, ਮੈਨੂੰ ਨਹੀਂ, ਤੈਨੂੰ ਇਸ਼ਾਰਾ ਕਰ ਰਹੇ ਨੇ, ਤੈਨੂੰ ਬੁਲਾ ਰਹੇ ਨੇ। ਡਾਕਟਰ ਈਸ਼ਰ ਸਿੰਘ ਉੱਠ ਕੇ ਅੱਗੇ ਚਲਾ ਗਿਆ। ਬਾਬਾ ਜੀ ਨੇ ਉਸ ਨੂੰ ਆਪਣੇ ਸਾਹਮਣੇ ਬਿਠਾ ਲਿਆ। ਉਸ ਸਮੇਂ ਬਾਬਾ ਜੀ ਤੁਕ ਵੀ ਆਪ ਪੜ੍ਹਿਆ ਕਰਦੇ ਸੀ ਤੇ ਉਸ ਦਾ ਅਰਥ ਵੀ ਆਪ ਹੀ ਕਰਕੇ ਸਮਝਾਉਂਦੇ ਸਨ। ਅੱਜ ਕੱਲ੍ਹ ਤਾਂ ਪਾਠੀ ਸਾਹਿਬਾਨ ਤੁਕ ਪੜ੍ਹਦੇ ਨੇ, ਫਿਰ ਬਾਬਾ ਜੀ ਉਹਨਾਂ ਦਾ ਅਰਥ ਕਰਦੇ ਨੇ। ਉਸ ਸਮੇਂ ਸੰਗਤ ਘੱਟ ਹੁੰਦੀ ਸੀ ਤੇ ਬਾਬਾ ਜੀ ਆਪ ਹੀ ਤੁਕ ਪੜ੍ਹ ਕੇ ਉਹਨਾਂ ਦਾ ਅਰਥ ਕਰਦੇ ਸੀ। ਜਦ ਸਤਸੰਗ ਸਮਾਪਤ ਹੋਇਆ ਤਾਂ ਡਾਕਟਰ ਈਸ਼ਰ ਸਿੰਘ ਨੂੰ ਲੱਗਾ ਕਿ ਸਾਰੀ ਕਰਾਮਾਤ ਇਸ ਕਿਤਾਬ ਦੇ ਵਿੱਚ ਹੈ ਜੋ ਹਜੂਰ ਮਹਾਰਾਜ ਜੀ ਦੇ ਕੋਲ ਹੈ। ਉਸ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ, ਤੁਸੀਂ ਆਹ ਕਿਤਾਬ ਮੈਨੂੰ 1 ਹਫ਼ਤੇ ਲਈ ਦੇ ਦਿਓ ਔਰ ਅਗਲੇ ਹਫ਼ਤੇ ਮੈਂ ਤੁਹਾਨੂੰ ਵਾਪਸ ਕਰ ਜਾਵਾਂਗਾ। ਬਾਬਾ ਜੀ ਨੇ ਕਿਹਾ ਕਿ ਭਾਈ, ਮੈਂ ਤਾਂ ਆਪ ਇਸ ਕਿਤਾਬ ਦੇ ਵਿੱਚੋਂ ਤੁਕ ਪੜ੍ਹ ਕੇ ਸੰਗਤ ਨੂੰ ਅਰਥ ਕਰਕੇ ਸਮਝਾਨਾ ਹਾਂ, ਮੈਂ ਨਹੀਂ ਦੇ ਸਕਦਾ। ਡਾਕਟਰ ਈਸ਼ਰ ਸਿੰਘ ਨੂੰ ਲੱਗਾ ਕਿ ਵਾਕਈ ਇਸ ਕਿਤਾਬ ਦੇ ਵਿੱਚ ਹੀ ਸਾਰੀ ਕਰਾਮਾਤ ਹੈ ਜੋ ਇਹ ਦੇ ਨਹੀਂ ਰਹੇ। ਉਸ ਨੇ ਫਿਰ ਬਾਬਾ ਜੀ ਨੂੰ ਕਿਹਾ ਕਿ 1 ਦਿਨ ਵਾਸਤੇ ਦੇ ਦਿਓ। 1 ਦਿਨ ਵਾਸਤੇ ਤਾਂ ਦੇ ਹੀ ਸਕਦੇ ਹੋ, ਮੈਂ ਕੱਲ ਤੁਹਾਨੂੰ ਵਾਪਸ ਕਰ ਜਾਵਾਂਗਾ। ਹੁਣ ਹਜੂਰ ਮਹਾਰਾਜ ਜੀ ਤਾਂ ਸਭ ਜਾਣਦੇ ਹੀ ਸੀ ਕਿ ਇਸ ਦੇ ਅੰਦਰ ਕੀ ਚੱਲਦਾ ਪਿਆ ਹੈ। ਬਾਬਾ ਜੀ ਨੇ ਕਿਹਾ ਕਿ ਭਾਈ, ਮੈਂ ਰਾਤ ਨੂੰ ਵੀ ਇਸ ਕਿਤਾਬ ਨੂੰ ਪੜ੍ਹਦਾ ਹਾਂ ਔਰ ਮੇਰੇ ਕੋਲ ਇੱਕੋ ਹੀ ਕਾਪੀ ਹੈ, ਮੈਂ ਇਸ ਨੂੰ ਨਹੀਂ ਦੇ ਸਕਦਾ ਹਾਂ। ਹੁਣ ਤਾਂ ਈਸ਼ਰ ਸਿੰਘ ਨੂੰ ਪੱਕਾ ਯਕੀਨ ਹੋ ਗਿਆ ਕਿ ਇਸ ਕਿਤਾਬ ਦੇ ਵਿੱਚ ਹੀ ਕੋਈ ਕਰਾਮਾਤ ਹੈ ਜੋ ਦੇ ਨਹੀਂ ਰਹੇ। ਉਸ ਨੇ ਆਪਣੇ ਕੁੜਤੇ ਦੇ ਵਿੱਚੋਂ 70-75 ਰੁਪਏ ਕੱਢੇ ਔਰ ਹਜੂਰ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੇ ਔਰ ਕਿਹਾ ਕਿ ਇਹ ਸਾਰੇ ਰੱਖ ਲਓ ਤੇ ਮੈਨੂੰ ਇਹ ਕਿਤਾਬ ਦੇ ਦਿਓ। ਉਸ ਜ਼ਮਾਨੇ ਦੇ ਵਿੱਚ 70-75 ਰੁਪਏ ਬਹੁਤ ਹੁੰਦੇ ਸੀ। ਬਾਬਾ ਜੀ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਔਰ ਕਿਹਾ ਕਿ ਤੂੰ ਚਾਹੇ ਮੈਨੂੰ ਜਿੰਨੀ ਮਰਜ਼ੀ ਕੀਮਤ ਇਸ ਕਿਤਾਬ ਦੀ ਦੇ, ਮੈਂ ਇਸ ਨੂੰ ਤੈਨੂੰ ਨਹੀਂ ਦੇਵਾਂਗਾ। ਉਸ ਡਾਕਟਰ ਨੂੰ ਪੱਕਾ ਯਕੀਨ ਹੋ ਗਿਆ ਕਿ ਕਿਤਾਬ ਦੇ ਵਿੱਚ ਹੀ ਕੋਈ ਜਾਦੂ ਹੈ। ਖੈਰ, ਉਹ ਵਾਪਸ ਆਪਣੇ ਘਰ ਕਪੂਰਥਲੇ ਆ ਗਿਆ। ਆ ਕੇ ਉਸ ਨੂੰ ਪਤਾ ਚੱਲਿਆ ਕਿ ਉਹ ਕਿਤਾਬ ਤਾਂ 2 ਰੁਪਏ ਦੇ ਵਿੱਚ ਹਰੇਕ ਜਗ੍ਹਾ ਹੀ ਮਿਲਦੀ ਪਈ ਹੈ। ਸੰਗਤ ਜੀ, ਬਾਬਾ ਜੀ ਨੇ
ਉਹਨੂੰ ਕਿਤਾਬ ਇਸ ਲਈ ਨਹੀਂ ਦਿੱਤੀ ਕਿ ਅਗਰ ਬਾਬਾ ਜੀ ਉਸ ਨੂੰ ਕਿਤਾਬ ਦੇ ਦਿੰਦੇ ਤੇ ਉਹ ਸਾਰੀ ਉਮਰ ਕਿਤਾਬ ਹੀ ਪੜ੍ਹਦਾ ਰਹਿੰਦਾ, ਦੁਬਾਰਾ ਉਸਨੇ ਡੇਰੇ ਨਹੀਂ ਆਣਾ ਸੀ। ਹੁਣ ਗੁਰੂ ਨੇ ਆਪਣੀ ਤਰਫ ਆਪਣੀ ਰੂਹ ਨੂੰ ਤਾਂ ਖਿੱਚਣਾ ਹੀ ਹੈ ਨਾ। ਜਦੋਂ ਉਹ ਡਾਕਟਰ ਫਿਰ ਬਾਬਾ ਜੀ ਦੇ ਕੋਲ ਗਿਆ ਤੇ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਕਿ ਭਾਈ ਤੂੰ ਆ ਗਿਆ ਹੈ, ਹੁਣ ਤੈਨੂੰ ਕਿਤਾਬ ਦੀ ਤਾਂ ਨਹੀਂ ਜ਼ਰੂਰਤ। ਉਹਨੇ ਕਿਹਾ ਕਿ ਨਹੀਂ ਸੱਚੇ ਪਾਤਸ਼ਾਹ, ਹੁਣ ਕਿਤਾਬ ਦੀ ਜ਼ਰੂਰਤ ਨਹੀਂ ਹੈ, ਹੁਣ ਤਾਂ ਬਸ ਨਾਮ ਦੀ ਜ਼ਰੂਰਤ ਹੈ, ਮੈਨੂੰ ਨਾਮ ਬਖਸ਼ ਦਿਓ। ਬਾਬਾ ਜੀ ਮਹਾਰਾਜ ਨੇ ਕਿਹਾ ਕਿ ਤੈਨੂੰ ਨਾਮ ਕਿਵੇਂ ਦੇ ਦੇਵਾਂ, ਤੇਰੀ ਤਾਂ ਹਜੇ ਬਾਂਹ ਵੀ ਨਹੀਂ ਟੁੱਟੀ। ਈਸ਼ਰ ਸਿੰਘ ਨੇ ਕਿਹਾ ਕਮਾਲ ਹੈ ਬਾਬਾ ਜੀ, ਨਾਮ ਲੈਣ ਵਾਸਤੇ ਬਾਂਹ ਟੁੱਟੀ ਹੋਣੀ ਜ਼ਰੂਰੀ ਹੈ। ਬਾਬਾ ਜੀ ਨੇ ਕਿਹਾ ਕਿ ਪਹਿਲਾਂ ਤੇਰੀ ਬਾਂਹ ਟੁੱਟੇਗੀ, ਫਿਰ ਜੁੜੇਗੀ, ਜਦ ਜੁੜ ਜਾਵੇਗੀ ਮੇਰੇ ਕੋਲ ਆ ਜਾਵੀਂ, ਫਿਰ ਮੈਂ ਤੈਨੂੰ ਨਾਮ ਦੇਵਾਂਗਾ। ਉਹਨੇ ਡਾਕਟਰ ਨੇ ਕਿਹਾ ਕਿ ਮੈਂ ਆਪਣਾ ਬੜਾ ਧਿਆਨ ਰੱਖਦਾ ਹਾਂ, ਮੇਰੀ ਬਾਂਹ ਕਿਵੇਂ ਟੁੱਟ ਸਕਦੀ ਹੈ। ਬਾਬਾ ਜੀ ਨੇ ਕਿਹਾ ਕਿ ਕਈ ਵੇਲੇ ਬੰਦਾ ਘੋੜੇ ਤੋਂ ਗਿਰ ਜਾਂਦਾ ਹੈ ਤੇ ਬਾਂਹ ਟੁੱਟ ਜਾਂਦੀ ਹੈ। ਹੁਣ ਡਾਕਟਰ ਈਸ਼ਰ ਸਿੰਘ ਨੂੰ ਪਤਾ ਸੀ ਕਿ ਬਾਬਾ ਜੀ ਨੇ ਅਗਰ ਇਹ ਗੱਲ ਕਹੀ ਹੈ ਤੇ ਕੁਝ ਰਾਜ ਜ਼ਰੂਰ ਹੈ, ਉਹਨਾਂ ਦਾ ਕਿਹਾ ਪੂਰਾ ਜ਼ਰੂਰ ਹੋਵੇਗਾ। ਉਹਨੇ ਕਿਹਾ ਕਿ ਬਾਬਾ ਜੀ ਮੈਂ ਘੋੜੇ ਤੇ ਬੈਠਾਂਗਾ ਹੀ ਨਹੀਂ ਤੇ ਫਿਰ ਕਿਵੇਂ ਬਾਂਹ ਟੁੱਟੇਗੀ। ਬਾਬਾ ਜੀ ਮੁਸਕਰਾਏ ਤੇ ਚਲੇ ਗਏ ਤੇ ਈਸ਼ਰ ਸਿੰਘ ਆਪਣੇ ਘਰ ਕਪੂਰਥਲੇ ਮੁੜ ਆਇਆ। ਜਦ ਘਰ ਆਇਆ ਤੇ ਕੀ ਦੇਖਦਾ ਹੈ ਕਿ ਕਪੂਰਥਲੇ ਦੇ ਮਹਾਰਾਜੇ ਦਾ ਇੱਕ ਸੇਵਕ ਘਰ ਆਈ ਖੜੋਤਾ ਹੈ। ਉਸ ਵੇਲੇ ਮਹਾਰਾਜੇ ਤੇ ਜਿੰਨੇ ਵੀ ਘੋੜੇ ਹਾਥੀ ਹੁੰਦੇ ਸੀ ਉਹਨਾਂ ਸਾਰਿਆਂ ਦਾ ਇਲਾਜ ਡਾਕਟਰ ਈਸ਼ਰ ਸਿੰਘ ਹੀ ਕਰਦਾ ਸੀ, ਕਿਉਂਕਿ ਜਾਨਵਰਾਂ ਦਾ ਡਾਕਟਰ ਸੀ। ਮਹਾਰਾਜੇ ਦੇ ਸੇਵਕ ਨੇ ਕਿਹਾ ਕਿ ਜਲਦੀ ਚਲੋ, ਰਾਜੇ ਨੇ ਤੁਹਾਨੂੰ ਬੁਲਾਇਆ ਹੈ। ਹੁਣ ਰਾਜੇ ਦਾ ਹੁਕਮ ਸੀ। ਈਸ਼ਰ ਸਿੰਘ ਉਸ ਸੇਵਕ ਨਾਲ ਰਾਜੇ ਦੇ ਅਸਤਬਲ ਦੇ ਵਿੱਚ ਪਹੁੰਚ ਗਿਆ। ਰਾਜੇ ਨੇ ਕਿਹਾ ਕਿ ਈਸ਼ਰ ਸਿੰਘ ਆ ਦੇਖ, ਮੈਂ 2 ਅਰਬੀ ਘੋੜੇ ਮੰਗਾਏ ਨੇ, ਇੱਕ ਤੇ ਤੂੰ ਬੈਠ ਤੇ ਦੂਜੇ ਤੇ ਮੈਂ ਬੈਠਦਾ ਹਾਂ, ਆਪਾਂ ਇਹਨਾਂ ਦੀ ਚਾਲ ਚੈੱਕ ਕਰਦੇ ਹਾਂ। ਈਸ਼ਰ ਸਿੰਘ ਨੇ ਕਿਹਾ ਕਿ ਜੀ ਮੈਂ ਘੋੜੇ ਦੇ ਉੱਤੇ ਨਹੀਂ ਬੈਠ ਸਕਦਾ। ਰਾਜੇ ਨੇ ਕਿਹਾ ਕਿਉਂ? ਉਹਨੇ ਕਿਹਾ ਕਿ ਮੇਰੇ ਮਹਾਰਾਜ ਨੇ ਮਨਾ ਕੀਤਾ ਹੈ। ਰਾਜਾ ਕਹਿੰਦਾ ਹੈ ਮਹਾਰਾਜ ਕੌਣ? ਮਹਾਰਾਜ ਤਾਂ ਮੈਂ ਹਾਂ, ਹੋਰ ਕੌਣ ਮਹਾਰਾਜ ਆ ਗਿਆ ਹੈ? ਉਹਨੇ ਕਿਹਾ ਕਿ ਜੀ ਮੇਰੇ ਸਤਿਗੁਰੂ ਨੇ ਮਨਾ ਕੀਤਾ ਹੈ, ਮੇਰੇ ਗੁਰੂ ਨੇ ਕਿਹਾ ਹੈ। ਰਾਜੇ ਨੇ ਕਿਹਾ ਕਿ ਖੜੇ ਖੜੇ ਤੇ ਹੀ ਬੈਠ ਜਾ, ਫਿਰ ਨਾਲ ਹੀ ਉਤਰ ਜਾਵੇ, ਮੇਰੇ ਬੋਲ ਦੀ ਵੀ ਕਦਰ ਪੈ ਜਾਵੇਗੀ। ਉਹਨੇ ਕਿਹਾ ਠੀਕ ਹੈ ਜੀ, ਜੋ ਆਗਿਆ। ਈਸ਼ਰ ਸਿੰਘ ਜਿਵੇਂ ਹੀ ਘੋੜੇ ਦੇ ਉੱਤੇ ਚੜ੍ਹਿਆ, ਘੋੜਾ ਨਵਾਂ ਸੀ, ਉਹ ਦੌੜ ਪਿਆ ਤੇ ਈਸ਼ਰ ਸਿੰਘ ਘੋੜੇ ਦੇ ਉੱਤੋਂ ਗਿਰ ਕੇ ਆਪਣੀ ਬਾਂਹ ਤੁੜਵਾ ਬੈਠਾ। ਹੁਣ ਅੱਗੇ ਕਹਾਣੀ ਗੌਰ ਦੇ ਨਾਲ ਸੁਣਨ ਵਾਲੀ ਹੈ ਤੇ ਸਮਝਣ ਵਾਲੀ ਹੈ। ਗੁਰੂ ਕਿਵੇਂ ਸੇਵਕ ਦੇ ਕਰਮ ਘਟਾਉਂਦਾ ਹੈ। ਜਦੋਂ ਈਸ਼ਰ ਸਿੰਘ ਦੀ ਬਾਂਹ ਟੁੱਟ ਗਈ, ਪਲਾਸਟਰ ਲੱਗ ਗਿਆ, 6 ਮਹੀਨੇ ਬਾਂਹ ਠੀਕ ਹੋਣ ਨੂੰ ਲੱਗ ਗਈ। ਈਸ਼ਰ ਸਿੰਘ ਦੀ ਬਾਂਹ ਤਾਂ ਠੀਕ ਹੋ ਗਈ, ਪਰ ਉਸ ਦਾ ਹੱਥ ਮੋੜ ਕੇ ਕੰਨ ਤੱਕ ਨਹੀਂ ਜਾਂਦਾ ਸੀ। ਹੁਣ ਜਿਨ੍ਹਾਂ ਨੇ ਨਾਮ ਲਿਆ ਹੈ ਉਹ ਜਾਣਦੇ ਨੇ ਕਿ ਕੰਨ ਤੱਕ ਹੱਥ ਜਾਣਾ ਕਿਉਂ ਜ਼ਰੂਰੀ ਹੈ। ਕੁਝ ਸਤਸੰਗੀਆਂ ਨੇ ਉਹਨੂੰ ਕਿਹਾ ਕਿ ਤੈਨੂੰ ਨਾਮ ਨਹੀਂ ਮਿਲੇਗਾ ਕਿਉਂਕਿ ਤੇਰਾ ਹੱਥ ਕੰਨ ਤੱਕ ਨਹੀਂ ਜਾਂਦਾ ਹੈ। ਈਸ਼ਰ ਸਿੰਘ ਦਾ ਦਿਲ ਟੁੱਟ ਗਿਆ ਕਿ ਹੁਣ ਮੈਨੂੰ ਨਾਮ ਨਹੀਂ ਮਿਲ ਪਾਏਗਾ ਤੇ ਨਿਰਾਸ਼ ਹੋ ਕੇ ਬੈਠ ਗਿਆ। ਫਿਰ ਉਸ ਨੂੰ ਖਿਆਲ ਆਇਆ ਕਿ ਬਾਬਾ ਜੀ ਨੇ ਕਿਹਾ ਸੀ ਕਿ ਭਾਈ ਠੀਕ ਜਦੋਂ ਤੂੰ ਹੋ ਜਾਏਗਾ ਮੈਂ ਤੈਨੂੰ ਨਾਮ ਦੇਵਾਂਗਾ। ਉਹ ਡੇਰੇ ਬਾਬਾ ਜੀ ਮਹਾਰਾਜ ਜੀ ਦੇ ਕੋਲ ਪਹੁੰਚ ਗਿਆ ਔਰ ਨਾਮ ਦੀ ਬੇਨਤੀ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਹੱਥ ਤੇਰਾ ਕੰਨ ਤੱਕ ਜਾਂਦਾ ਹੈ। ਉਸ ਨੇ ਕਿਹਾ ਕਿ ਨਹੀਂ ਸੱਚੇ ਪਾਤਸ਼ਾਹ, ਜੋ ਜੋੜ ਹੈ ਉਹ ਜਾਮ ਹੈ, ਕੰਨ ਤੱਕ ਨਹੀਂ ਜਾ ਪਾਉਂਦਾ ਹੈ। ਉਹਨੇ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਕਿਹਾ ਤਾਂ ਸੀ ਕਿ ਜਦੋਂ ਤੂੰ ਠੀਕ ਹੋ ਜਾਵੇਂਗਾ ਤੇ ਮੈਂ ਤੈਨੂੰ ਨਾਮ ਦੇਵਾਂਗਾ, ਹੁਣ ਤੁਸੀਂ ਮੁੱਕਰ ਰਹੇ ਹੋ। ਬਾਬਾ ਜੀ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਜਦੋਂ ਤੂੰ ਠੀਕ ਹੋ ਜਾਵੇਂਗਾ, ਪਰ ਤੂੰ ਪੂਰੀ ਤਰ੍ਹਾਂ ਠੀਕ ਨਹੀਂ ਹੈ, ਤੇਰੀ ਬਾਂਹ ਹਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ।
ਬਾਬਾ ਜੀ ਨੇ ਕਿਹਾ ਕਿ ਜਦੋਂ ਘੋੜੇ ਦਾ ਪੈਰ ਜਾਮ ਹੋ ਜਾਵੇ ਤੇ ਕੀ ਕਰਦਾ ਹੈ? ਉਹਨੇ ਕਿਹਾ ਕਿ ਸੱਚੇ ਪਾਤਸ਼ਾਹ ਤੇਜ਼ਾਬ ਦੇ ਵਿੱਚ ਦਵਾਈ ਮਿਕਸ ਕਰਕੇ ਉਹਦੇ ਘੋੜੇ ਦੇ ਪੈਰ ਦੇ ਉੱਤੇ ਲਾਣੀ ਪੈਂਦੀ ਹੈ। ਬਾਬਾ ਜੀ ਨੇ ਕਿਹਾ ਕਿ ਫਿਰ ਉਸੇ ਤਰ੍ਹਾਂ ਕਰ। ਉਹਨੇ ਕਿਹਾ ਬਾਬਾ ਜੀ ਉਹ ਤਾਂ ਬੜਾ ਹੀ ਦਰਦਨਾਕ ਪ੍ਰੋਸੀਜਰ ਹੈ, ਅਗਰ ਮੈਂ ਆਪਣੇ ਤੇ ਉਹ ਵਰਤਾਂਗਾ ਮੈਂ ਤਾਂ ਮਰ ਹੀ ਜਾਵਾਂਗਾ। ਜਦੋਂ ਮੈਂ ਘੋੜੇ ਤੇ ਉਹ ਦਵਾਈ ਲਾਨਾ ਹਾਂ ਤੇਜ਼ਾਬ 'ਚ ਮਿਕਸ ਕਰਕੇ, ਘੋੜਾ ਤਾਂ ਬਹੁਤ ਤੜਫਦਾ ਹੈ, ਮੈਂ ਆਪਣੇ ਉੱਤੇ ਕਿਵੇਂ ਯੂਜ਼ ਕਰ ਸਕਦਾ ਹਾਂ, ਮੈਂ ਤਾਂ ਮਰ ਹੀ ਜਾਵਾਂਗਾ। ਬਾਬਾ ਜੀ ਨੇ ਕਿਹਾ ਕਿ ਤੇਜ਼ਾਬ ਦੀ ਰੇਸ਼ੋ ਕਿੰਨੀ ਪਾਉਣਾ ਹੈ? ਉਸਨੇ ਕਿਹਾ ਕਿ ਇੰਨੀ। ਬਾਬਾ ਜੀ ਮਹਾਰਾਜ ਜੀ ਨੇ ਕਿਹਾ ਕਿ ਤੇਜ਼ਾਬ ਦੀ ਰੇਸ਼ੋ ਘਟਾ ਕੇ ਉਸ ਨੂੰ ਆਪਣੀ ਬਾਂਹ ਦੇ ਉੱਤੇ ਲਾ। ਜਦ ਦਰਦ ਜ਼ਿਆਦਾ ਹੋਵੇ ਤੇ ਦੇਸੀ ਘੀ ਦੀ ਮਾਲਿਸ਼ ਕਰ ਲਿਆ ਕਰੀ। ਖੈਰ ਉਹ ਉਸੇ ਤਰ੍ਹਾਂ ਕਰਦਾ ਰਿਹਾ। ਦਰਦ ਦੇ ਨਾਲ ਉਸ ਨੂੰ ਕਾਫੀ ਤਕਲੀਫ ਹੁੰਦੀ ਸੀ, ਪਰ ਉਹ ਸਹਿ ਜਾਂਦਾ ਸੀ। ਕੁਝ ਦੇਰ ਬਾਅਦ ਉਸ ਦੀ ਬਾਂਹ ਠੀਕ ਹੋ ਗਈ। ਫਿਰ ਜਦੋਂ ਬਾਬਾ ਜੀ ਮਹਾਰਾਜ ਜੀ ਦੇ ਕੋਲ ਗਿਆ ਤੇ ਫਿਰ ਉਸ ਨੂੰ ਨਾਮ ਮਿਲਿਆ। ਸੋ ਸੰਗਤ ਜੀ, ਕਈ ਵੇਲੇ ਗੁਰੂ ਸੇਵਕ ਦੇ ਕਰਮ ਪਹਿਲਾਂ ਹੀ ਦੁੱਖ ਦੇ ਕੇ ਕਟਾ ਦਿੰਦਾ ਹੈ ਤਾਂ ਕਿ ਉਹ ਇਸ 84 ਦੇ ਗੀੜਖਾਨੇ ਦੇ ਵਿੱਚ ਵਾਪਸ ਨਾ ਆ ਸਕੇ। ਸੋ ਸੰਗਤ ਜੀ, ਇਹ ਸਾਖੀ ਸੀ ਡਾਕਟਰ ਈਸ਼ਰ ਸਿੰਘ ਦੀ। ਅਗਰ ਸਾਖੀ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਬਾਕੀ ਸਤਸੰਗੀ ਪਰਿਵਾਰਾਂ ਨਾਲ ਵੀ ਤੁਸੀਂ ਸਾਂਝੀ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਗਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਸਤਸੰਗੀ ਪਰਿਵਾਰ ਦਾ ਹਿੱਸਾ ਬਣੋ ਤੇ ਸਾਨੂੰ ਆਪਣਾ ਪਿਆਰ ਦਿਓ, ਤਾਂ ਕਿ ਅਸੀਂ ਜਦੋਂ ਵੀ ਕੋਈ ਸਤਸੰਗ ਜਾਂ ਬਾਬਾ ਜੀ ਦੀ ਸਾਖੀ ਪਾਈਏ ਤੁਹਾਡੇ ਤੱਕ ਪਹੁੰਚ ਸਕੇ।